ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀ ਲਿਖੀ ਕਿਤਾਬ ਮਾਲਾ ਮਣਕੇ। ਸਿਆਣਾ ਉਹ ਹੈ ਜਿਸ ਦੇ ਅੱਖਾਂ ਕੰਨ ਖੁੱਲ੍ਹੇ ਹੋਣ ਅਤੇ ਮੂੰਹ ਬੰਦ ਹੋਵੇ। ਜਦੋਂ ਅਸੀਂ ਕਿਸੇ ਨਾਲ ਹੱਸਦੇ ਹਾਂ ਤਾਂ ਉਹ ਸਾਨੂੰ ਆਪਣੇ ਵਰਗਾ ਲੱਗਣ ਲੱਗ ਪੈਂਦਾ ਹੈ। ਸੰਗੀਤ ਦਰਦ ਵਿੱਚ ਦਵਾ ਦਾ ਕੰਮ ਕਰਦਾ ਹੈ। ਰੂਹਾਨੀ ਸੰਗੀਤ ਖਿੰਡੇ ਹੋਏ ਮਨ ਨੂੰ ਇਕਾਗਰ ਕਰ ਦਿੰਦਾ ਹੈ। ਹਰ ਪੀੜ੍ਹੀ ਪਿਤਾ ਪ੍ਰਤੀ ਵਿਰੋਧ ਪਰ ਦਾਦੇ ਪ੍ਰਤੀ ਸਤਿਕਾਰ ਪ੍ਰਗਟਾਉਂਦੀ ਹੈ। ਆਪਣੇ ਹਿੱਸੇ ਦੀ ਗਲਤੀ ਕਬੂਲ ਕਰਨ ਨਾਲ ਦੂਜੇ ਨੂੰ ਵੀ ਆਪਣੀ ਗਲਤੀ ਕਬੂਲ ਕਰਨ ਦਾ ਹੌਸਲਾ ਮਿਲ ਜਾਂਦਾ ਹੈ। ਇਸਤਰੀ ਦੇ ਜਿਤਨੇ ਰੂਪ ਹਨ ਉਤਨੇ ਦਰਦ ਹਨ, ਪੁਰਸ਼ ਦੇ ਜਿਤਨੇ ਰੂਪ ਹਨ ਉਤਨੀਆਂ ਹੀ ਜ਼ਿੰਮੇਵਾਰੀਆਂ ਹਨ। ਹੀਰ, ਸੋਹਣੀ, ਸੱਸੀ, ਸਾਹਿਬਾਂ ਆਦਿ ਪਿਆਰ ਕਰਨ ਦੀਆਂ ਸਜ਼ਾਵਾਂ ਦੇ ਨਾਂ ਹਨ। ਕਿਸੇ ਲਈ ਪਿਆਰ ਲੁਕਾਇਆ ਨਹੀਂ ਜਾ ਸਕਦਾ। ਜੇ ਜ਼ੁਬਾਨ ਨਹੀਂ ਬੋਲੇਗੀ ਤਾਂ ਸਾਰਾ ਸਰੀਰ ਅਤੇ ਸਰੀਰ ਦਾ ਹਰ ਅੰਗ ਬੋਲੇਗਾ। ਰਸੋਈ ਵਿੱਚ ਚੀਜ਼ਾਂ ਜਿਤਨੀਆਂ ਮਰਜ਼ੀ ਰੱਖ ਦਿਓ, ਰੌਣਕ ਪਤਨੀ ਦੀ ਹਾਜ਼ਰੀ ਨਾਲ ਹੀ ਹੋਵੇਗੀ। ਖੇਤਰ ਕੋਈ ਹੋਵੇ, ਰਾਤੋਂ ਰਾਤ ਮਾਹਿਰ ਬਣਨ ਲਈ 40 ਸਾਲ ਲੱਗਦੇ ਹਨ। ਜੇਤੂ ਹਾਰਨ ਵਾਲਿਆਂ ਨੂੰ ਜਿੱਤਣ ਦਾ ਹੁਨਰ ਸਿਖਾ ਦਿੰਦੇ ਹਨ। ਮੁਸੀਬਤਾਂ ਸਾਨੂੰ ਸਿਆਣਾ ਤਾਂ ਬਣਾ ਦਿੰਦੀਆਂ ਹਨ, ਪਰ ਖੁਸ਼ਹਾਲ ਅਸੀਂ ਮਿਹਨਤ ਨਾਲ ਹੀ ਹੁੰਦੇ ਹਾਂ। ਮੈਂ ਤਾਂ ਕੁਝ ਵੀ ਨਹੀਂ, ਉਹੀ ਕਹਿੰਦੇ ਹਨ ਜਿਹੜੇ ਸਭ ਕੁਝ ਹੁੰਦੇ ਹਨ। ਜੇ ਕਿਸੇ ਨੂੰ ਅੱਗੇ ਨਹੀਂ ਲੰਘਾ ਸਕਦੇ ਤਾਂ ਕੋਈ ਗੱਲ ਨਹੀਂ, ਕਿਸੇ ਦੇ ਰਾਹ ਦੀ ਰੁਕਾਵਟ ਨਾ ਬਣਨਾ ਵੀ ਮਦਦ ਹੁੰਦੀ ਹੈ। ਸਰੀਰ ਅਤੇ ਮਨ ਇੱਕ ਦੂਜੇ ਦੇ ਸੁੱਖ ਦੁੱਖ ਦੇ ਭਾਈਵਾਲ ਹੁੰਦੇ ਹਨ। ਜਿੱਥੇ ਨੂੰਹ ਸੱਸ ਇੱਕ ਦੂਜੀ ਨੂੰ ਕੱਟਦੀਆਂ ਰਹਿੰਦੀਆਂ ਹਨ, ਉੱਥੇ ਇਹ ਦੋਵੇਂ ਦੁਖੀ ਰਹਿੰਦੀਆਂ ਹਨ। ਇਸ ਸੰਸਾਰ ਵਿੱਚ ਲੱਖਾਂ ਕਰੋੜਾਂ ਲੋਕ ਆਪਣੇ ਵਾਧੂ ਫਾਲਤੂ ਹੋਣ ਨੂੰ ਛੁਪਾ ਰਹੇ ਹਨ। ਇਤਿਹਾਸ ਆਜ਼ਾਦ ਕੌਮਾਂ ਦਾ ਹੁੰਦਾ ਹੈ। ਗੁਲਾਮ ਰਹਿ ਚੁੱਕੀਆਂ ਕੌਮਾਂ ਕੋਲ ਆਜ਼ਾਦੀ ਦਿਵਸ ਹੁੰਦੇ ਹਨ। ਸੈਰ ਦਾ ਉਦੇਸ਼ ਸਰੀਰ ਦੀ ਤੰਦਰੁਸਤੀ ਨਾਲੋਂ ਵੀ ਵਧੇਰੇ ਮਨ ਦੀ ਸ਼ਾਂਤੀ ਹੁੰਦਾ ਹੈ। ਅਸੀਂ ਕੀ ਹਾਂ ਇਸ ਦਾ ਨਿਰਣਾ ਦੂਜੇ ਕਰਦੇ ਹਨ ਅਤੇ ਅਕਸਰ ਸਾਡੇ ਚਲੇ ਜਾਣ ਮਗਰੋਂ ਕਰਦੇ ਹਨ। ਡਿਸਿਪਲਿਨ ਤੋਂ ਬਿਨਾਂ ਬਹਾਦਰੀ ਹਿੰਸਾ ਹੁੰਦੀ ਹੈ। ਹਰੇਕ ਸਮਾਜ ਦੀ ਬਣਤਰ ਹੀ ਇਸ ਪ੍ਰਕਾਰ ਦੀ ਹੈ ਕਿ ਸੁੱਖ ਮਾਣਨ ਵਾਸਤੇ ਅਨੇਕਾਂ ਦੁੱਖ ਸਹਿਣੇ ਪੈਂਦੇ ਹਨ। ਜਿਹੜੇ ਮੁਸੀਬਤ ਵਿੱਚ ਮਿਲਦੇ ਹਨ ਉਹ ਚੰਗੇ ਦੋਸਤ ਬਣ ਜਾਂਦੇ ਹਨ। ਘਰ ਵਿੱਚ ਇਸਤਰੀ ਅਧਿਕਾਰੀ ਹੁੰਦੀ ਹੈ। ਅਧਿਕਾਰੀ ਦੀ ਮਾਤ ਹਿੱਤਾਂ ਦੀ ਪ੍ਰਸ਼ੰਸਾ ਨਹੀਂ ਕਰਦੇ, ਨੁਕਸ ਕੱਢਦੇ ਹਨ, ਪਰ ਆਪ ਪ੍ਰਸ਼ੰਸਾ ਚਾਹੁੰਦੇ ਹਨ। ਜੇ ਮਨੁੱਖ ਵਿੱਚ ਜਾਣਨ ਦੀ ਇੱਛਾ ਨਾ ਹੁੰਦੀ ਤਾਂ ਉਸ ਵਿੱਚ ਸੋਚਣ ਅਤੇ ਸਮੱਸਿਆਵਾਂ ਸੁਲਝਾਉਣ ਦੀ ਇੱਛਾ ਵੀ ਨਹੀਂ ਸੀ ਹੋਣੀ। ਰੱਬ ਨੇ ਫੁੱਲ ਬਣਾ ਕੇ ਚੰਗਾ ਇਹ ਕੀਤਾ ਕਿ ਇਹਨਾਂ ਵਿੱਚ ਅਕਲ ਨਹੀਂ ਪਾਈ। ਖੁਸ਼ਹਾਲ ਘਰ ਵਿੱਚ ਆਉਣ ਵਾਲੇ ਹਰ ਕਿਸੇ ਨੂੰ ਸਤਿਕਾਰ ਭਰੇ ਢੰਗ ਨਾਲ ਕੁਝ ਖਾਣ ਜਾਂ ਪੀਣ ਲਈ ਜ਼ਰੂਰ ਮਿਲਦਾ ਹੈ। ਹਰੇਕ ਨਵੀਂ ਕਾਢ ਪਰਮਾਤਮਾ ਦੀ ਹੋਂਦ ਦਾ ਨਵਾਂ ਸਬੂਤ ਹੁੰਦੀ ਹੈ। ਔਖਾ ਕੰਮ ਉਸ ਨੂੰ ਕਹਿੰਦੇ ਹਨ ਜਿਹੜਾ ਕਰਨ ਵੇਲੇ ਦਿਲ ਕੁਝ ਹੋਰ ਕਰਨ ਲਈ ਕਹੇ। ਜਿਨ੍ਹਾਂ ਨੇ ਮੱਝਾਂ ਪਾਲੀਆਂ ਹੁੰਦੀਆਂ ਹਨ ਉਹ ਕਦੇ ਵਿਹਲੇ ਨਹੀਂ ਹੁੰਦੇ। ਜਿਉਂ-ਜਿਉਂ ਮਿਹਨਤ ਕੀਤੀ ਜਾਂਦੀ ਹੈ ਤਿਉਂ-ਤਿਉਂ ਕਿਸਮਤ ਬਲਵਾਨ ਹੁੰਦੀ ਜਾਂਦੀ ਹੈ। ਸੋਹਣੀ ਇਸਤਰੀ ਸਿਆਣੇ ਪੁਰਸ਼ ਨੂੰ ਆਪਣੀ ਮੁਸਕਰਾਹਟ ਦੀ ਚਾਬੀ ਨਾਲ ਖੋਲ੍ਹ ਲੈਂਦੀ ਹੈ। ਕਲਾ ਪੈਦਾ ਵੀ ਪਿਆਰ ਵਿੱਚੋਂ ਹੁੰਦੀ ਹੈ ਅਤੇ ਇਹ ਮਾਣੀ ਵੀ ਪਿਆਰ ਨਾਲ ਜਾਂਦੀ ਹੈ। ਹਰ ਵਸਤ ਦੇ 4 ਪੱਖ ਹੁੰਦੇ ਹਨ: ਲੰਬਾਈ, ਚੌੜਾਈ, ਬੋਝ ਅਤੇ ਕੀਮਤ। ਮਹਾਨ ਗਿਆਨ ਡੂੰਘੀ ਅਤੇ ਵਿਸ਼ਾਲ ਚੁੱਪ ਵਿੱਚੋਂ ਬੋਲਦਾ ਹੈ। ਵੇਦ ਭਾਰਤ ਦੀ ਚੁੱਪ ਦੀ ਆਵਾਜ਼ ਹਨ। ਦੂਜਿਆਂ ਦੀ ਪ੍ਰੇਰਨਾ ਨਾਲ ਅਸੀਂ ਚੱਲਣਾ ਆਰੰਭ ਹੀ ਕਰਦੇ ਹਾਂ, ਪਰ ਚੱਲਦੇ ਅਸੀਂ ਆਪਣੀ ਹਿੰਮਤ ਅਤੇ ਮਿਹਨਤ ਨਾਲ ਹੀ ਹਾਂ। ਜੀਵਨ ਨੂੰ ਮਾਣੋ, ਮਰਨ ਵਾਸਤੇ ਬੜਾ ਵਕਤ ਹੈ, ਮਰਨ ਮਗਰੋਂ ਵੀ ਬੜਾ ਵਕਤ ਹੋਵੇਗਾ। ਮਿਹਨਤ ਕਰਨ ਤੋਂ ਮਗਰੋਂ ਖਾਧਾ ਭੋਜਨ ਬੜਾ ਸਵਾਦ ਲੱਗਦਾ ਹੈ, ਕਿਉਂਕਿ ਇਸ ਵਿੱਚ ਮਿਹਨਤ ਦਾ ਸਵਾਦ ਵੀ ਰਲਿਆ ਹੁੰਦਾ ਹੈ। ਜਦੋਂ ਕੋਈ ਆਪ ਰੋ ਰੋ ਕੇ ਥੱਕ ਜਾਵੇ ਤਾਂ ਉਸਨੂੰ ਅਫਸੋਸ ਕਰਨ ਲਈ ਆਉਣ ਵਾਲੇ ਚੰਗੇ ਨਹੀਂ ਲੱਗਦੇ।
ਜਿਹੜੇ ਆਪ ਸੰਨਿਆਸੀਆਂ ਦੀ ਪੂਜਾ ਕਰਦੇ ਹਨ, ਉਹ ਵੀ ਨਹੀਂ ਚਾਹੁੰਦੇ ਕਿ ਉਹਨਾਂ ਦੇ ਆਪਣੇ ਪੁੱਤਰ ਸੰਨਿਆਸੀ ਬਣਨ। ਕੋਈ ਚੰਗਾ ਵਿਚਾਰ ਮਿਲਣ ਤੇ ਮਹਿਸੂਸ ਹੁੰਦਾ ਹੈ ਕਿ ਸਾਡੇ ਕੋਲ ਪਹਿਲਾਂ ਵੀ ਕਈ ਚੰਗੇ ਵਿਚਾਰ ਹਨ। ਜੇ ਪ੍ਰੇਮੀ ਵਿੱਚ ਕੋਲੰਬਸ ਬਣਨ ਦੀ ਹਿੰਮਤ ਹੋਵੇ ਤਾਂ ਪ੍ਰੇਮਿਕਾ ਅਮਰੀਕਾ ਬਣ ਜਾਂਦੀ ਹੈ। ਸਭ ਤੋਂ ਲਚਕਦਾਰ ਮਨ ਹੁੰਦਾ ਹੈ। ਅੱਜ ਇਹ ਕਿਸੇ ਦੇ ਚਿਹਰੇ ਦਾ ਤਿਲ ਵੀ ਬਰਦਾਸ਼ਤ ਨਹੀਂ ਕਰਦਾ, ਕੱਲ੍ਹ ਇਹ ਪਹਾੜ ਵੀ ਨਜ਼ਰਅੰਦਾਜ਼ ਕਰ ਦੇਵੇਗਾ। ਕਈ ਹਵਾ ਵਾਂਗ ਖੁੱਲ੍ਹ ਜਾਂਦੇ ਹਨ, ਕਈ ਪਰਛਾਵੇਂ ਵਾਂਗ ਵਿਛ ਜਾਂਦੇ ਹਨ। ਜੇ ਸਾਲ ਵਿੱਚ ਤਾਰੇ ਇੱਕ ਹੀ ਰਾਤ ਨੂੰ ਵਿਖਾਈ ਦੇਣੇ ਹੁੰਦੇ ਤਾਂ ਇਹ ਸੰਸਾਰ ਦਾ ਸਭ ਤੋਂ ਵੱਡਾ ਤਿਉਹਾਰ ਹੋਣਾ ਸੀ। ਸੈਰ ਕਰਦਿਆਂ ਜੇ ਜ਼ੁਬਾਨ ਚੁੱਪ ਰਹੇ ਤਾਂ ਅੱਖਾਂ ਤੇ ਕੰਨ ਚੁਸਤ ਹੋ ਜਾਂਦੇ ਹਨ। ਉਦੇਸ਼ ਵਾਲੇ ਬੰਦੇ ਕਦੇ ਇਕੱਲੇ ਨਹੀਂ ਹੁੰਦੇ, ਉਦੇਸ਼ ਉਹਨਾਂ ਦਾ ਸਾਥੀ ਹੁੰਦਾ ਹੈ। ਜਦੋਂ ਭੈਣ ਨੂੰ ਖਤਰਾ ਹੁੰਦਾ ਹੈ ਤਾਂ ਉਸਦਾ ਛੋਟਾ ਭਰਾ ਵੀ ਵੱਡਾ ਬਣ ਕੇ ਲੜਦਾ ਹੈ। ਗਾਲ ਕੋਈ ਵੀ ਹੋਵੇ, ਨਿਕਲਦੀ ਪੁਰਸ਼ ਲਈ ਹੈ, ਹੁੰਦੀ ਇਸਤਰੀ ਬਾਰੇ ਹੈ। ਅਸੀਸ ਕੋਈ ਵੀ ਹੋਵੇ, ਨਿਕਲਦੀ ਇਸਤਰੀ ਲਈ ਹੈ, ਹੁੰਦੀ ਪੁਰਸ਼ ਬਾਰੇ ਹੈ। ਤੋੜ ਵਿਛੋੜੇ ਉਪਰੰਤ ਜੇ ਪਤੀ ਪਤਨੀ ਕੋਲ ਬਦਲਵਾਂ ਰੁਝੇਵਾਂ ਨਾ ਹੋਵੇ ਤਾਂ ਦੋਵੇਂ ਦੁਖੀ ਹੁੰਦੇ ਰਹਿੰਦੇ ਹਨ। ਕਈ ਵਾਰ ਕੁਝ ਅਜਿਹਾ ਵਾਪਰ ਜਾਂਦਾ ਹੈ ਜਿਸ ਬਾਰੇ ਬੋਲਣਾ ਮੁਸ਼ਕਿਲ ਹੁੰਦਾ ਹੈ ਅਤੇ ਚੁੱਪ ਰਹਿਣਾ ਅਸੰਭਵ ਹੁੰਦਾ ਹੈ। ਕਈ ਪ੍ਰੋਗਰਾਮ ਸ਼ਰਾਬਬੰਦੀ ਵਾਂਗ ਹੁੰਦੇ ਤਾਂ ਚੰਗੇ ਹਨ, ਪਰ ਸਫਲ ਨਹੀਂ ਹੁੰਦੇ। ਸਾਂਝੇ ਘਰ ਦੀ ਮੁਰੰਮਤ ਕਿਸੇ ਦੀ ਜ਼ਿੰਮੇਵਾਰੀ ਨਹੀਂ ਹੁੰਦੀ। ਇਸਤਰੀ ਵੰਸ਼ ਤਾਂ ਤੋਰਦੀ ਹੈ, ਪਰ ਆਪ ਰੱਜ ਕੇ ਨਹੀਂ ਜਿਉਂਦੀ। ਪਤੀ ਪਤਨੀ ਦੁੱਧ ਅਤੇ ਮਲਾਈ ਵਾਂਗ ਨੇੜੇ ਨੇੜੇ ਪਰ ਵੱਖ-ਵੱਖ ਹੋਣੇ ਚਾਹੀਦੇ ਹਨ। ਜੇ ਖੁੱਲ੍ਹ ਕੇ ਗੱਲ ਕਰਨ ਦੀ ਸਹੂਲਤ ਹੋਵੇ ਤਾਂ ਰਿਸ਼ਤੇ ਨਹੀਂ ਟੁੱਟਦੇ। ਰਾਵਣ ਦਾ ਪੁਤਲਾ ਜਲ ਕੇ ਰਾਖ ਹੋ ਜਾਂਦਾ ਹੈ, ਪਰ ਬੁਰਾਈ ਨਹੀਂ ਮੁੱਕਦੀ, ਅਗਲੇ ਵਰ੍ਹੇ ਫਿਰ ਸਾੜਨਾ ਪੈਂਦਾ ਹੈ। ਸਿਆਣੇ ਬੰਦੇ ਤੇਜ਼ ਪੁਲਾਂਘਾਂ ਪੁੱਟਦੇ ਦੁਚਿੱਤੀਆਂ ਨੂੰ ਪਿੱਛੇ ਛੱਡ ਜਾਂਦੇ ਹਨ। ਲੋਰੀ ਅਜਿਹੀ ਕਵਿਤਾ ਹੁੰਦੀ ਹੈ ਜਿਸ ਵਿੱਚ ਮਾਂ ਆਪਣੇ ਬੱਚੇ ਦਾ ਨਾਂ ਜੋੜ ਕੇ ਉਸ ਨੂੰ ਆਪਣੀ ਕਵਿਤਾ ਬਣਾ ਲੈਂਦੀ ਹੈ। ਸਭ ਪੱਧਰਾਂ ਤੇ ਜੀਣ ਦੀ ਲੋੜ ਹੈ। ਧਾਰਮਿਕ ਹੋਣਾ ਹੀ ਕਾਫੀ ਨਹੀਂ, ਸੰਸਾਰਕ ਕਾਰਜਾਂ ਵਿੱਚ ਸ਼ਾਮਲ ਹੋਣਾ ਵੀ ਜ਼ਰੂਰੀ ਹੈ। ਸ਼ਕਤੀਸ਼ਾਲੀ ਦੇਸ਼ ਪ੍ਰਭਾਵਿਤ ਨਹੀਂ ਹੁੰਦੇ, ਪ੍ਰਭਾਵਿਤ ਕਰਦੇ ਹਨ। ਜ਼ਰੂਰੀ ਨਹੀਂ ਕਿ ਜਿਸ ਨੂੰ ਵਧੇਰੇ ਵਿਆਕਰਨ ਆਉਂਦੀ ਹੋਵੇ ਉਹ ਚੰਗਾ ਬੁਲਾਰਾ ਜਾਂ ਚੰਗਾ ਲੇਖਕ ਵੀ ਹੋਵੇ। ਜਿੱਥੇ ਅਤੇ ਜਦੋਂ ਤੁਹਾਡੀ ਮਿਹਨਤ ਬੋਲ ਰਹੀ ਹੋਵੇ ਤਾਂ ਆਪ ਚੁੱਪ ਰਹੋ। ਕਿਸੇ ਨੂੰ ਵੀ ਕਹਿਣ ਦੀ ਲੋੜ ਨਹੀਂ ਕਿ ਮੈਂ ਸਿੱਧੀ ਗੱਲ ਕਰਾਂਗਾ, ਜਦੋਂ ਕਰੋਗੇ ਆਪੇ ਪਤਾ ਲੱਗ ਜਾਵੇਗਾ। ਜੇ ਕੋਈ ਕਿਸੇ ਵੇਲੇ ਤੁਹਾਡੇ ਕੋਲ ਨੌਕਰ ਸੀ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਉਸ ਨਾਲ ਸਾਰੀ ਜ਼ਿੰਦਗੀ ਮਾਲਕਾਂ ਵਾਂਗ ਵਿਹਾਰ ਕਰੋ। ਤੁਸੀਂ ਆਮ ਹੋ ਕਿ ਖਾਸ ਹੋ। ਜੇ ਜਨਮ ਦਿਨ ਆਪ ਮਨਾਉਂਦੇ ਹੋ ਤਾਂ ਤੁਸੀਂ ਆਮ ਹੋ, ਜੇ ਦੂਜੇ ਮਨਾਉਂਦੇ ਹਨ ਤਾਂ ਤੁਸੀਂ ਖਾਸ ਹੋ। ਜ਼ਿੰਦਗੀ ਦਾ ਦੁਖਾਂਤ ਇਹ ਹੈ ਕਿ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ ਉਹ ਸਾਨੂੰ ਨੇੜੇ ਨਹੀਂ ਲੱਗਣ ਦਿੰਦੇ, ਪਰ ਜਿਹੜੇ ਸਾਨੂੰ ਚੰਗੇ ਨਹੀਂ ਲੱਗਦੇ ਉਹ ਪਰੇ ਨਹੀਂ ਜਾਂਦੇ। ਗੁਰਮੁਖੀ ਦੀ ਪੈਂਤੀ ਵਿੱਚ ਕੇਵਲ ਈੜੀ ਇਸਤਰੀ ਹੈ, ਬਾਕੀ ਸਾਰੇ ਅੱਖਰ ਮਰਦ ਹਨ। ਜੋ ਕੁਝ ਸਾਡੇ ਕੋਲ ਹੁੰਦਾ ਹੈ ਉਸ ਤੋਂ ਅਸੀਂ ਅੱਕ ਜਾਂਦੇ ਹਾਂ। ਇਸੇ ਕਾਰਨ ਖਿੱਚ ਉਹਨਾਂ ਦੀ ਚੀਜ਼ਾਂ ਦੀ ਹੁੰਦੀ ਹੈ ਜਿਹੜੀਆਂ ਸਾਡੇ ਕੋਲ ਨਹੀਂ ਹੁੰਦੀਆਂ। ਜ਼ਿੰਦਗੀ ਉਵੇਂ ਜਿਓ ਜਿਵੇਂ ਤੁਸੀਂ ਚਾਹੁੰਦੇ ਹੋ, ਦੂਜਿਆਂ ਨੂੰ ਜਿਉਣੀ ਚਾਹੀਦੀ ਹੈ। ਅਨੇਕਾਂ ਲੋਕ ਸ਼ੀਸ਼ੇ ਅੱਗੇ ਖਲੋ ਕੇ ਰੋਣੀ ਸੂਰਤ ਨਾਲ ਹੱਸਦਾ ਚਿਹਰਾ ਵੇਖਣ ਦਾ ਯਤਨ ਕਰਦੇ ਹਨ। ਭਾਰਤ ਦੇ ਲੋਕ ਸੰਤਾਂ, ਗੁਰੂਆਂ, ਰਿਸ਼ੀਆਂ, ਮੁਨੀਆਂ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਕਈ ਲੋਕ ਹੱਥਾਂ ਤੇ ਤਕਦੀਰ ਦੀਆਂ ਲਕੀਰਾਂ ਲੱਭਦੇ ਰਹਿੰਦੇ ਹਨ। ਉਹ ਨਹੀਂ ਜਾਣਦੇ ਕਿ ਹੱਥ ਆਪ ਤਕਦੀਰ ਦੇ ਸਿਰਜਣਹਾਰ ਹੁੰਦੇ ਹਨ।
ਪਰਿਵਾਰਕ ਸਾਂਝ ਨਾਲ ਸਹੂਲਤਾਂ ਹੀ ਨਹੀਂ ਮਿਲਦੀਆਂ, ਇਹ ਸਾਂਝ ਸਭ ਪ੍ਰਕਾਰ ਦੇ ਵਿਕਾਸ ਲਈ ਵੀ ਜ਼ਰੂਰੀ ਹੁੰਦੀ ਹੈ। ਮਨੁੱਖੀ ਆਤਮਾ ਸਭ ਤੋਂ ਬਲਵਾਨ ਉਦੋਂ ਹੁੰਦੀ ਹੈ ਜਦੋਂ ਇਹ ਮੁਆਫ਼ ਕਰਦੀ ਹੈ। ਪੁਰਾਤਨ ਸ਼ਹਿਰਾਂ ਵਿੱਚ ਨਵੀਂ ਤਹਿਜ਼ੀਬ ਦੇ ਕੇਂਦਰ ਬਣਨ ਦੀ ਸੰਭਾਵਨਾ ਨਹੀਂ ਹੁੰਦੀ। ਜੇ ਰੱਬ ਨਾ ਹੁੰਦਾ ਤਾਂ ਮਨੁੱਖ ਨੂੰ ਆਪਣੀ ਅਕਲ ਨਾਲ ਹੀ ਗੁਜ਼ਾਰਾ ਕਰਨਾ ਪੈਣਾ ਸੀ। ਬਹੁਤੇ ਲੋਕ ਕਰਜ਼ਾ ਲੈਣ ਉਪਰੰਤ ਚਿੰਤਾ ਕਰਦਿਆਂ ਮਹਿਸੂਸ ਕਰਕੇ ਸੋਚਦੇ ਹਨ ਕਿ ਚਿੰਤਾ ਕਰਜ਼ਾ ਲੈਣ ਤੋਂ ਪਹਿਲਾਂ ਕਰਨੀ ਚਾਹੀਦੀ ਸੀ। ਸਾਡੀਆਂ ਅਰਦਾਸਾਂ ਇਸ ਲਈ ਨਹੀਂ ਮੰਨੀਆਂ ਜਾਂਦੀਆਂ ਕਿਉਂਕਿ ਉਹਨਾਂ ਵਿੱਚ ਲੋੜ ਨਾਲੋਂ ਵੱਧ ਮੰਗਿਆ ਗਿਆ ਹੁੰਦਾ ਹੈ। ਜਿਤਨੀ ਦੀ ਲੋੜ ਹੁੰਦੀ ਹੈ ਉਹ ਸਾਨੂੰ ਪਹਿਲਾਂ ਹੀ ਮਿਲਿਆ ਹੁੰਦਾ ਹੈ। ਸਮਾਜ ਨੂੰ ਸੋਚਵਾਨਾਂ ਦੀ ਲੋੜ ਹੁੰਦੀ ਹੈ, ਤੋਤਿਆਂ ਦੀ ਨਹੀਂ। ਇਸ ਸੰਸਾਰ ਵਿੱਚ ਰੱਬ ਨੂੰ ਜੇ ਮਨੁੱਖਾਂ ਵਾਂਗ ਜਿਉਣਾ ਪੈਂਦਾ ਤਾਂ ਉਸਨੇ ਨਿਸ਼ਚੇ ਹੀ ਆਤਮਘਾਤ ਕਰ ਲੈਣਾ ਸੀ। ਵਪਾਰੀ ਕਹਿੰਦਾ ਹੈ, ਚੰਨ ਦਾ ਕੀ ਲਾਭ, ਨਾ ਖਰੀਦ ਸਕਦੇ ਹਾਂ ਨਾ ਵੇਚ ਸਕਦੇ ਹਾਂ। 70-80 ਸਾਲ ਦੇ ਬੰਦੇ ਦੀ ਤਸਵੀਰ ਅਕਸਰ ਬੱਚਿਆਂ ਅਤੇ ਬੱਚਿਆਂ ਦੇ ਬੱਚਿਆਂ ਨਾਲ ਹੀ ਹੁੰਦੀ ਹੈ। ਸਦਾ ਜਿਉਂਦੇ ਰਹਿਣ ਦਾ ਯਤਨ ਨਹੀਂ ਕਰਨਾ ਚਾਹੀਦਾ ਕਿਉਂਕਿ ਅਜਿਹੇ ਯਤਨ ਵਿੱਚ ਅਜੇ ਤੱਕ ਇੱਕ ਵੀ ਸਫਲ ਨਹੀਂ ਹੋਇਆ। ਜੇ ਸੋਚੋਗੇ ਨਹੀਂ ਤਾਂ ਲੋਕ ਤੁਹਾਡੇ ਸਿਰ ਨੂੰ ਨਾਰੀਅਲ ਤੋੜਨ ਲਈ ਵਰਤਣਗੇ। ਮੌਤ ਤੋਂ ਮਗਰੋਂ ਅਸੀਂ ਉਹੀ ਕੁਝ ਹੁੰਦੇ ਹਾਂ ਜੋ ਜਨਮ ਤੋਂ ਪਹਿਲੇ ਸੀ। ਸੜਕ ਉੱਤੇ ਕਾਰਾਂ ਵੇਖ ਕੇ ਇੰਝ ਲੱਗਦਾ ਹੈ ਜਿਵੇਂ ਹਰ ਕੋਈ 2-2 ਸੋਫੇ ਰੱਖ ਕੇ ਬਾਹੋ ਦਾਹੀ ਦੌੜ ਰਿਹਾ ਹੋਵੇ। ਆਜ਼ਾਦੀ ਦੇ ਅਰਥ ਇਹ ਹਨ ਕਿ ਤੁਸੀਂ ਜੋ ਕਰ ਰਹੇ ਹੋ ਉਹ ਆਜ਼ਾਦ ਹੋਣ ਕਰਕੇ ਚੰਗੇਰੇ ਢੰਗ ਨਾਲ ਕਰੋ। ਮਨੁੱਖ ਵਿਰੋਧ ਕਰਨ ਦਾ ਸਲੀਕਾ ਸਿੱਖਣ ਲਈ ਖੇਡਾਂ ਵਿੱਚ ਭਾਗ ਲੈਂਦਾ ਹੈ। ਚੰਗਾ ਨੌਕਰ ਉੱਥੇ ਵੀ ਸਫਾਈ ਕਰਦਾ ਹੈ ਜਿੱਥੇ ਮਾਲਕ ਦੀ ਨਜ਼ਰ ਨਹੀਂ ਜਾਂਦੀ। ਮਨੁੱਖ ਕੋਲ ਖੰਭ ਨਹੀਂ ਪਰ ਕਲਪਨਾ ਹੁੰਦੀ ਹੈ ਜਿਸ ਨਾਲ ਉਹ ਬਹੁਤ ਦੂਰ ਬਹੁਤ ਉੱਚਾ ਜਾ ਸਕਦਾ ਹੈ। ਗੀਤਾ ਪੜ੍ਹੀ ਗਿਆਨ ਲਈ ਜਾਂਦੀ ਹੈ ਪਰ ਇਹ ਸੁਨੇਹਾ ਕਰਮ ਕਰਨ ਦਿੰਦੀ ਹੈ। ਰੰਗਾਂ ਵਿੱਚ ਆਲਾ ਦੁਆਲਾ ਬਦਲਣ ਦੀ ਸ਼ਕਤੀ ਹੁੰਦੀ ਹੈ। ਪਰਮਾਤਮਾ ਨਾਲ ਪ੍ਰੇਮ ਵਿੱਚ ਕਦੇ ਕੋਈ ਵਿਘਨ ਨਹੀਂ ਪੈਂਦਾ। ਰਾਮਾਇਣ ਸਮਾਜਿਕ ਰਿਸ਼ਤਿਆਂ ਦੀ ਵਿਆਕਰਨ ਹੈ। ਮਹਾਭਾਰਤ ਮਨੁੱਖੀ ਵਿਹਾਰ ਦਾ ਵਿਸ਼ਲੇਸ਼ਣ ਹੈ। ਕੱਪੜਿਆਂ ਦੇ ਰੰਗਾਂ ਬਾਰੇ ਸਾਡੇ ਸਾਰੇ ਫੈਸਲੇ ਸਾਡੀ ਆਪਣੀ ਚਮੜੀ ਦੇ ਰੰਗ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਂਦੇ ਹਨ। ਮਨੁੱਖ ਨੂੰ ਅਕਸਰ ਉਹਨਾਂ ਚੀਜ਼ਾਂ ਨਾਲ ਮਾਪਿਆ ਤੋਲਿਆ ਜਾਂਦਾ ਹੈ ਜਿਹੜੀਆਂ ਉਸ ਨੂੰ ਪਰੇਸ਼ਾਨ ਕਰਦੀਆਂ ਹਨ। ਮਨੁੱਖ ਅਧੂਰਾ ਹੈ, ਇਸੇ ਲਈ ਉਸ ਨੂੰ ਸੰਪੂਰਨ ਰੱਬ ਦੀ ਲੋੜ ਪੈਂਦੀ ਰਹਿੰਦੀ ਹੈ। ਲੋਕ ਬੋਲਣ ਦੀ ਆਜ਼ਾਦੀ ਹੀ ਮੰਗਦੇ ਹਨ, ਸੋਚਣ ਦੀ ਨਹੀਂ। ਅਸਲ ਵਿੱਚ ਉਹ ਵਿਰੋਧ ਪ੍ਰਗਟਾਉਣ ਦੀ ਆਜ਼ਾਦੀ ਮੰਗਦੇ ਹਨ। ਡਰ ਚਿੰਤਾ ਦਾ ਹੀ ਪੱਕਿਆ ਹੋਇਆ ਰੂਪ ਹੁੰਦਾ ਹੈ। ਬਚਪਨ ਇਸ ਲਈ ਚੰਗਾ ਸਮਝਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ। ਸੰਗੀਤਕਾਰ ਸੁਣੇ ਜਾਂਦੇ ਹਨ, ਵੇਖੇ ਨਹੀਂ ਜਾਂਦੇ। ਇਸੇ ਕਰਕੇ ਸੁਣਨ ਵਾਲੇ ਅੱਖਾਂ ਬੰਦ ਕਰ ਲੈਂਦੇ ਹਨ ਤਾਂ ਕਿ ਕੰਨਾਂ ਦੀ ਸੁਣਨ ਦੀ ਯੋਗਤਾ ਵੱਧ ਜਾਵੇ। ਜਦੋਂ ਵੀ ਕੋਈ ਨਿਸ਼ਾਨਾ ਮਿੱਥ ਲਿਆ ਜਾਵੇ ਤਾਂ ਅਕਸਰ ਅਸੀਂ ਉਸ ਵਿੱਚ ਸਫਲ ਹੀ ਨਹੀਂ ਹੁੰਦੇ, ਨਿਸ਼ਾਨੇ ਤੋਂ ਅੱਗੇ ਵੀ ਲੰਘ ਜਾਂਦੇ ਹਾਂ। ਡਰ ਮੌਤ ਦਾ ਨਹੀਂ ਹੁੰਦਾ, ਮਰ ਕੇ ਅਣਜਾਣੀ ਥਾਂ ਤੇ ਜਾਣ ਦਾ ਹੁੰਦਾ ਹੈ। ਜਿਸ ਦਾ ਵਿਰੋਧ ਕੀਤਾ ਜਾਂਦਾ ਹੈ ਉਹ ਬੰਦਾ ਜਾਂ ਚੀਜ਼ ਵਧੇਰੇ ਤਾਕਤਵਰ ਬਣ ਜਾਂਦੀ ਹੈ। ਜੀਵਨ ਵਿੱਚ ਕੁਝ ਬਣੋ ਨਾ ਬਣੋ ਪਰ ਕਿਸੇ ਦਾ ਸਿਰ ਦਰਦ ਨਾ ਬਣੋ। ਨਿਸ਼ਾਨਾ ਮਿੱਥ ਲਈਏ ਤਾਂ ਹਾਰਾਂ ਬਰਦਾਸ਼ਤ ਕਰਨੀਆਂ ਸੌਖੀਆਂ ਹੋ ਜਾਂਦੀਆਂ ਹਨ ਕਿਉਂਕਿ ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਰਸਤਾ ਠੀਕ ਹੈ, ਚਾਲ ਠੀਕ ਕਰਨ ਦੀ ਲੋੜ ਹੈ। ਮੁਸੀਬਤ ਦਾ ਵੀ ਲਾਭ ਹੁੰਦਾ ਹੈ, ਇਹ ਸੋਚਣ ਦੀ ਯੋਗਤਾ ਵਧਾ ਦਿੰਦੀ ਹੈ। ਲੋਕ ਪਹਿਨਣ ਅਤੇ ਖਾਣ ਪੀਣ ਦਾ ਪੱਧਰ ਉੱਚਾ ਕਰ ਲੈਂਦੇ ਹਨ ਪਰ ਸੋਚਣ ਦਾ ਪੱਧਰ ਉੱਚਾ ਕਰਨ ਵੱਲ ਕੋਈ ਧਿਆਨ ਨਹੀਂ ਦਿੰਦਾ। ਪਰਿਵਾਰ ਵਿੱਚ ਹਰ ਕਿਸੇ ਨੂੰ ਹਰ ਕਿਸੇ ਦੀ ਲੋੜ ਹੁੰਦੀ ਹੈ। ਜਦੋਂ ਤੱਕ ਮਨੁੱਖ ਪਰਿਵਾਰ ਤੋਂ ਬਾਹਰ ਨਹੀਂ ਵੇਖਦਾ ਉਸ ਨੂੰ ਸੰਸਾਰ ਦੇ ਆਕਾਰ ਦਾ ਪਤਾ ਹੀ ਨਹੀਂ ਲੱਗਦਾ। ਕਈ ਵਾਰੀ ਟੈਲੀਫੋਨ ਆਉਂਦਾ ਇੱਕ ਵਿਅਕਤੀ ਦਾ ਇੱਕ ਬੰਦੇ ਲਈ ਹੈ ਪਰ ਗੱਲ ਪਰਿਵਾਰ ਦਾ ਹਰ ਜੀਅ ਕਰਨਾ ਚਾਹੁੰਦਾ ਹੈ।
ਚੰਗੇ ਗੀਤ ਦੇ ਮੁੱਢਲੇ ਬੋਲ ਸੁਣ ਕੇ ਅਗਲੇਰੇ ਬੋਲ ਸੁਣਨ ਦੀ ਉਡੀਕ ਪੈਦਾ ਹੋ ਜਾਂਦੀ ਹੈ। ਆਪਣਾ ਰਿਸ਼ਤਾ ਟੁੱਟਣ ਉਪਰੰਤ ਆਪਣੇ ਵਿਹਾਰ ਬਾਰੇ ਸੱਚ ਬੋਲਣ ਦਾ ਯਤਨ ਕਰੋ। ਸੱਚ ਬੋਲਣਾ ਅਸੰਭਵ ਲੱਗੇਗਾ। ਮੁੱਢਲੇ ਵਰ੍ਹੇ ਔਖੇ ਹੁੰਦੇ ਹਨ, ਪੜ੍ਹਾਈ ਦੇ, ਕੰਮ ਦੇ, ਵਪਾਰ ਦੇ, ਵਿਆਹ ਦੇ। ਅਨੇਕਾਂ ਗੱਲਾਂ ਵਿਆਹੀਆਂ ਧੀਆਂ ਮਾਵਾਂ ਨੂੰ ਨਹੀਂ ਦੱਸਦੀਆਂ। ਮਾਵਾਂ ਧੀਆਂ ਦੀਆਂ ਅੱਖਾਂ ਵਿੱਚੋਂ ਪੜ੍ਹਦੀਆਂ ਹਨ। ਵੱਖ-ਵੱਖ ਬੰਦੇ ਵੱਖਰੇ ਵੱਖਰੇ ਤਾਪਮਾਨ ਤੇ ਉਬਲਦੇ ਹਨ ਅਤੇ ਵੱਖਰੀ ਵੱਖਰੀ ਰਫ਼ਤਾਰ ਨਾਲ ਠੰਡੇ ਹੁੰਦੇ ਹਨ। ਗੁਣ ਜਾਂ ਨੁਕਸ ਕਦੀ ਇੱਕ ਵਚਨ ਨਹੀਂ ਹੁੰਦੇ। ਪਤੀ ਪਤਨੀ ਨੂੰ ਇੱਕ ਦੂਜੇ ਨਾਲ ਰੁੱਸਣ ਦਾ ਸ਼ੌਂਕ ਹੀ ਰੱਖਣਾ ਚਾਹੀਦਾ ਹੈ, ਆਦਤ ਨਹੀਂ ਬਣਾਉਣੀ ਚਾਹੀਦੀ। ਪੁਰਸ਼ ਘੁਮੱਕੜ ਹੁੰਦੇ ਹਨ, ਘੁੰਮ ਕੇ ਰਿਸ਼ਤਿਆਂ ਅਤੇ ਇਸਤਰੀਆਂ ਦਾ ਮੇਲ ਵੇਖਦੇ ਹਨ। ਪੁਰਸ਼ ਘੁਮੱਕੜ ਹੁੰਦੇ ਹਨ, ਘੁੰਮ ਕੇ ਰਿਸ਼ਤਿਆਂ ਅਤੇ ਇਸਤਰੀਆਂ ਦਾ ਮੇਲਾ ਵੇਖਦੇ ਹਨ। ਇਸਤਰੀਆਂ ਵਫ਼ਾਦਾਰੀ ਨੂੰ ਪਿਆਰ ਦੀ ਨੀਂਹ ਮੰਨਦੀਆਂ ਹਨ, ਸੋ ਉਹ ਟਿਕ ਕੇ ਜੀਵਨ ਗੁਜ਼ਾਰਨਾ ਚਾਹੁੰਦੀਆਂ ਹਨ। ਕਿਸੇ ਨੂੰ ਪਿਆਰ ਕਰਨ ਨਾਲ ਪਿਆਰ ਕਰਨ ਵਾਲੇ ਦੀ ਤਾਕਤ, ਹਿੰਮਤ ਅਤੇ ਅਕਲ ਸਾਰੀਆਂ ਵੱਧ ਜਾਂਦੀਆਂ ਹਨ। ਨਿਰਾਸ਼ਤਾ ਚੀਜ਼ਾਂ ਦੇ ਘੱਟ ਮਿਲਣ ਵਿੱਚ ਨਹੀਂ ਹੁੰਦੀ, ਵੱਧ ਚੀਜ਼ਾਂ ਲੈਣ ਦੇ ਲਾਲਚ ਵਿੱਚ ਹੁੰਦੀ ਹੈ। ਖੇਡ ਵਿੱਚ ਅਕਸਰ ਹਮਲਾਵਰ ਟੀਮ ਜਿੱਤਦੀ ਹੈ। ਨਿੰਦਾ ਕਰਨ ਵਿੱਚੋਂ ਸੁਆਦ ਅਣਬਣ ਮਗਰੋਂ ਉਪਜਦਾ ਹੈ ਅਤੇ ਅਣਬਣ ਨਾਲ ਨਿੰਦਾ ਕਰਨ ਦੇ ਨਿੱਤ ਨਵੇਂ ਮੌਕੇ ਮਿਲਦੇ ਹਨ। ਸੱਭਿਅਕ ਸਮਾਜਾਂ ਅਤੇ ਪਰਿਵਾਰਾਂ ਵਿੱਚ ਅਣਬਣ ਲਮਕਾਈ ਨਹੀਂ ਜਾਂਦੀ। ਉਹ ਇਸਤਰੀਆਂ ਨਿਸ਼ਚੇ ਹੀ ਮੂਰਖ ਹੁੰਦੀਆਂ ਹਨ, ਜਿਹੜੀਆਂ ਪੁਰਸ਼ਾਂ ਨੂੰ ਹੀ ਸਭ ਕੁਝ ਸਮਝਦੀਆਂ ਹਨ। ਘਰ ਦੀ ਅਸਲੀ ਰੋਸ਼ਨੀ ਚੁੱਲ੍ਹੇ ਦੀ ਅੱਗ ਨਾਲ ਹੁੰਦੀ ਹੈ। ਅਸਪਸ਼ਟ ਗੱਲਾਂ ਦੇ ਹੀ ਗਲਤ ਅਰਥ ਨਿਕਲਦੇ ਹਨ ਅਤੇ ਕੱਢੇ ਜਾਂਦੇ ਹਨ। ਤਲਾਕ ਦੇ ਮੁਕੱਦਮੇ ਦੌਰਾਨ ਦੋਵੇਂ ਧਿਰਾਂ ਇੱਕ ਦੂਜੇ ਦੀ ਸਾਰੀ ਤਾਕਤ ਨੂੰ ਨਿਚੋੜ ਲੈਂਦੀਆਂ ਹਨ। ਜਿਹੜਾ ਵੀ ਉਮਰ ਪੱਖੋਂ ਵੱਡਾ ਹੈ, ਅਣਬਣ ਮੁਕਾਉਣ ਦੀ ਜ਼ਿੰਮੇਵਾਰੀ ਉਸ ਦੀ ਹੁੰਦੀ ਹੈ। ਜਿਹੜਾ ਆਪ ਡਿੱਗਦਾ ਹੈ, ਉਸ ਨੂੰ ਸੱਟ ਲੱਗਣ ਦੀ ਸ਼ਿਕਾਇਤ ਕਰਨ ਦਾ ਅਧਿਕਾਰ ਨਹੀਂ ਹੁੰਦਾ। ਸਮਾਜਿਕ ਵਿਹਾਰ ਦੀ ਇੱਕ ਵਾਰੀ ਲਛਮਣ ਰੇਖਾ ਉਲੰਘਣ ਵਾਲੀ ਇਸਤਰੀ ਉਮਰ ਭਰ ਸਿੱਟੇ ਭੁਗਤਦੀ ਹੈ। ਅਣਬਣ ਦੌਰਾਨ ਦੋਵੇਂ ਧਿਰਾਂ ਨੂੰ ਆਪਣੇ ਅਧੂਰੇ ਹੋਣ ਦਾ ਸ਼ਿੱਦਤ ਭਰਿਆ ਅਹਿਸਾਸ ਹੁੰਦਾ ਹੈ। ਵਿਆਹ ਇਸ ਵਿਸ਼ਵਾਸ ਤੇ ਉਸਰਿਆ ਹੁੰਦਾ ਹੈ ਕਿ ਪਤੀ ਪਤਨੀ ਇੱਕ ਦੂਜੇ ਦੀ ਹਰ ਲੋੜ ਪੂਰੀ ਕਰਨਗੇ। ਬਚਤ ਤੋਂ ਬਿਨਾਂ ਜ਼ਿੰਦਗੀ ਬਚ ਨਹੀਂ ਸਕਦੀ ਅਤੇ ਸਮਾਜਿਕ ਆਲੇ ਦੁਆਲੇ ਵਿੱਚ ਰਚ ਨਹੀਂ ਸਕਦੀ। ਘਰ ਦਫ਼ਤਰ ਜਾਂ ਅਦਾਲਤ ਨਹੀਂ ਬਣਨਾ ਚਾਹੀਦਾ, ਘਰ ਹੀ ਰਹਿਣਾ ਚਾਹੀਦਾ ਹੈ। ਵਿਆਹ ਉਪਰੰਤ ਕਿਸੇ ਇਸਤਰੀ ਦਾ ਪੇਕੇ ਘਰ ਦੇ ਬਹੁਤੇ ਗੇੜੇ ਲਾਉਣਾ ਸ਼ੰਕੇ, ਤਣਾਅ ਅਤੇ ਝਗੜੇ ਹੀ ਉਪਜਾਉਂਦਾ ਹੈ। ਮਨੁੱਖ ਕੁੱਤੇ ਦੇ ਗੁਣਾਂ ਦਾ ਲਾਭ ਤਾਂ ਉਠਾਉਂਦਾ ਹੈ, ਪਰ ਉਸ ਦੇ ਗੁਣਾਂ ਨੂੰ ਗ੍ਰਹਿਣ ਨਹੀਂ ਕਰਦਾ। ਜਿਹੜਾ ਆਪ ਸੁਹਿਰਦ ਮਿੱਤਰ ਬਣ ਨਹੀਂ ਸਕਦਾ, ਉਹ ਅਜਿਹਾ ਮਿੱਤਰ ਬਣਾ ਵੀ ਨਹੀਂ ਸਕਦਾ। ਰੁੱਖ ਮਨੁੱਖ ਦੇ ਰੋਗਾਂ, ਸੋਗਾਂ, ਭੁੱਖਾਂ, ਦੁੱਖਾਂ ਦਾ ਸੁਖਾਵਾਂ ਇਲਾਜ ਹੁੰਦੇ ਹਨ। ਸੋਚ ਵਿੱਚ ਉਚਾਈ, ਅਮਲ ਵਿੱਚ ਸਫਾਈ, ਲਗਨ ਵਿੱਚ ਸੱਚਾਈ, ਵਿਹਾਰ ਵਿੱਚ ਵਫਾਈ, ਇਰਾਦੇ ਵਿੱਚ ਪਕਿਆਈ ਅਤੇ ਮਿਹਨਤ ਦੀ ਕਮਾਈ ਸਫਲਤਾ ਦੇ ਆਧਾਰ ਹੁੰਦੇ ਹਨ। ਕੰਜੂਸ ਧਨਵਾਨ ਤਾਂ ਹਰੇਕ ਥਾਂ ਹੋ ਸਕਦਾ ਹੈ, ਪਰ ਪ੍ਰਵਾਨ ਕਿਧਰੇ ਨਹੀਂ ਹੁੰਦਾ। ਇਖਲਾਕ ਅਤੇ ਤਹਿਜ਼ੀਬ ਦੀ ਗਿਰਾਵਟ ਵਿੱਚੋਂ ਜੁਰਮ ਅਤੇ ਜ਼ੁਲਮ ਉਪਜਦੇ ਹਨ। ਨਕਲ ਅਕਲ ਦੀ ਵੈਰਨ ਹੁੰਦੀ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।